Good morning, students. How are you all? I hope ਕਿ ਕੋਵਿਡ-19 ਦੇ ਇਸ ਪੈਂਡੈਮਿਕ ਪੀਰੀਅਡ ਵਿੱਚ ਤੁਸੀਂ ਸਭ ਆਪਣੇ ਘਰਾਂ ਵਿੱਚ ਸੇਫ ਹੋਵੋਗੇ ਅਤੇ ਤੁਹਾਡੀ ਸੇਫਟੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੋਲੀਟੈਕਨਿਕ ਫੈਕਲਟੀ ਵੱਲੋਂ ਆਨਲਾਈਨ ਵੀਡੀਓ ਲੈਕਚਰਸ ਤਿਆਰ ਕੀਤੇ ਗਏ ਹਨ ਤੇ ਅੱਜ ਦੇ ਇਸ ਲੈਕਚਰ ਵਿੱਚ ਅਸੀਂ ਸਟੱਡੀ ਕਰਨ ਜਾ ਰਹੇ ਹਾਂ ਅਪਲਾਈਡ ਕੈਮਿਸਟਰੀ 1 ਦਾ ਫਰਸਟ ਚੈਪਟਰ ਬੇਸਿਕ ਕਨਸੈਪਟਸ ਆਫ ਕੈਮਿਸਟਰੀ and I am Tina Katpal, lecturer in chemistry from Government Polytechnic College, Talwada. In this lecture, the topics which are to be covered are ਜਿਹੜੇ ਟੌਪਿਕ ਅੱਜ ਦੇ ਲੈਕਚਰ ਵਿੱਚ ਅਸੀਂ ਸਟੱਡੀ ਕਰਨੇ ਹਨ these are symbol, atom, molecule, ion, valency and variable valency, radicals and molecular formula. ਇਹਨਾਂ ਸਾਰੇ ਟੌਪਿਕਸ ਨੂੰ ਅਸੀਂ one by one ਸਟੱਡੀ ਕਰਾਂਗੇ ਐਂਡ ਸਟੂਡੈਂਟਸ ਤੁਸੀਂ ਬਿਲਕੁਲ ਵੀ ਘਬਰਾਉਣਾ ਨਹੀਂ ਬਿਕੋਜ਼ ਜਿਹੜਾ ਵੀ ਅਸੀਂ ਟੌਪਿਕ ਕਰ ਰਹੇ ਹਾਂ ਨਾਲ ਮੈਂ ਤੁਹਾਨੂੰ ਪੰਜਾਬੀ ਵਿੱਚ ਵੀ ਐਕਸਪਲੇਨ ਕਰਾਂਗੀ। ਫਸਟ ਟੌਪਿਕ ਜਿਹੜਾ ਅਸੀਂ ਸਟਾਰਟ ਕਰਨਾ ਹੈ that is about symbol. What is symbol? It is the shorthand notation of an element. ਸਭ ਤੋਂ ਪਹਿਲੇ ਜੋ ਅਸੀਂ ਪੜ੍ਹ ਰਹੇ ਹਾਂ ਸਿੰਬਲ ਦੀ ਪਰਿਭਾਸ਼ਾ ਜਾਂ ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਡੈਫੀਨੇਸ਼ਨ ਕਹਿੰਦੇ ਹਾਂ it is the shorthand notation of an element. Element means ਤੱਤ ਕਿਸੇ ਵੀ ਤੱਤ ਨੂੰ ਸ਼ੋਰਟ ਫਾਰਮ ਵਿੱਚ ਲਿਖਣਾ is known as its symbol. For example, the symbol of hydrogen is H. ਅਸੀਂ ਵਾਰ-ਵਾਰ ਹਾਈਡਰੋਜਨ ਪੂਰਾ ਨਾਮ ਲਿਖਣ ਦੀ ਜਗ੍ਹਾ ਤੇ ਕੀ ਕਰਦੇ ਹਾਂ ਕਿ ਸ਼ੋਰਟ ਵਿੱਚ ਸਿਰਫ ਕੈਪੀਟਲ H ਲਿਖ ਦਿੰਦੇ ਹਾਂ that means ਅਸੀਂ ਹਾਈਡਰੋਜਨ ਦਾ ਸਿੰਬਲ ਲਿਖ ਦਿੱਤਾ। Similarly, instead of writing full name ਕਾਰਬਨ ਪੂਰਾ ਨਾਮ ਲਿਖਣ ਦੀ ਜਗ੍ਹਾ ਤੇ ਅਗਰ ਅਸੀਂ ਸਿਰਫ ਕੈਪੀਟਲ C ਲਿਖ ਦਿੰਦੇ ਹਾਂ that means we are talking about carbon in chemistry. So in short we can say that ਕਿਸੇ ਵੀ ਐਲੀਮੈਂਟ ਨੂੰ ਸ਼ੋਰਟ ਕਰਕੇ ਲਿਖਣ ਨੂੰ ਅਸੀਂ ਉਸ ਦਾ ਸਿੰਬਲ ਕਹਿ ਦਿੰਦੇ ਹਾਂ। ਫਾਰ ਐਗਜ਼ਾਮਪਲ ਹਾਈਡਰੋਜਨ ਦਾ ਸਿੰਬਲ H ਐਂਡ ਕਾਰਬਨ ਦਾ ਸਿੰਬਲ ਹੈ C. Now we will discuss how to write the symbols. Symbols ਨੂੰ ਕਿਵੇਂ ਲਿਖਦੇ ਹਨ? Number 1. An element is usually represented by first capital letter of its name. Usually elements ਦੇ first capital letter ਨੂੰ ਹੀ ਉਸ ਦਾ ਸਿੰਬਲ ਬਣਾ ਦਿੱਤਾ ਗਿਆ ਹੈ। For example ਅਗਰ ਅਸੀਂ ਹਾਈਡਰੋਜਨ ਦੇਖੀਏ ਹਾਈਡਰੋਜਨ ਦਾ ਨੇਮ ਸਟਾਰਟ ਹੋ ਰਿਹਾ ਹੈ H ਤੋਂ and its symbol is capital H. Similarly ਅਗਰ ਅਸੀਂ ਕਾਰਬਨ ਦੀ ਗੱਲ ਕਰੀਏ its name starts from C and symbol of carbon is also C. That means कि एलिमेंट ਦਾ usually first capital letter ਹੈ ਉਸ ਨੂੰ ਉਸ ਦਾ ਸਿੰਬਲ ਬਣਾ ਦਿੱਤਾ ਗਿਆ। Second point is when two elements begin with the same letter. ਕਈ ਵਾਰੀ ਕੀ ਹੁੰਦਾ ਹੈ ਕਿ ਦੋ ਐਲੀਮੈਂਟਸ ਸੇਮ ਲੈਟਰ ਤੋਂ ਸਟਾਰਟ ਹੋ ਰਹੇ ਹਨ ਜਿਸ ਤਰ੍ਹਾਂ ਕਿ ਕਾਰਬਨ ਐਂਡ ਕੈਲਸ਼ੀਅਮ। ਫਿਰ ਅਸੀਂ ਕੀ ਕਰਨਾ ਹੈ one is represented by first capital letter. ਉਹਨਾਂ ਦੇ ਵਿੱਚੋਂ ਇੱਕ ਐਲੀਮੈਂਟ ਨੂੰ ਤਾਂ ਫਸਟ ਕੈਪੀਟਲ ਲੈਟਰ ਦੇ ਨਾਲ ਹੀ ਉਸ ਦਾ ਸਿੰਬਲ ਲਿਖ ਦਿੰਦੇ ਹਨ and other by the first capital letter along with the second small letter. For example ਅਗਰ ਅਸੀਂ ਕੈਲਸ਼ੀਅਮ ਦੀ ਗੱਲ ਕਰੀਏ ਕੈਲਸ਼ੀਅਮ ਵੀ ਕਾਰਬਨ ਦੀ ਤਰ੍ਹਾਂ C ਤੋਂ ਹੀ ਸਟਾਰਟ ਹੋ ਰਿਹਾ ਹੈ। So when we write its symbol first letter ਅਸੀਂ ਲਿਖ ਦਿੱਤਾ C ਨਾਲ second small letter A. So the symbol of calcium is Ca. I think ਤੁਹਾਨੂੰ ਕਲੀਅਰ ਹੋ ਗਿਆ ਹੋਏਗਾ
कि ਜਦੋਂ ਦੋ ਇਸ ਤਰ੍ਹਾਂ ਦੇ ਐਲੀਮੈਂਟਸ ਆ ਜਾਂਦੇ ਹਨ ਜਿਨ੍ਹਾਂ ਦਾ ਨੇਮ ਸੇਮ ਲੈਟਰ ਤੋਂ ਸਟਾਰਟ ਹੋ ਰਿਹਾ ਹੈ ਤਾਂ ਉਹਨਾਂ ਵਿੱਚੋਂ ਇੱਕ ਐਲੀਮੈਂਟ ਨੂੰ ਅਸੀਂ ਕੈਪੀਟਲ ਲੈਟਰ ਦੇ ਨਾਲ ਲਿਖ ਦਿੰਦੇ ਹਾਂ ਸਿੰਬਲ ਨੂੰ ਐਂਡ ਦੂਸਰੇ ਐਲੀਮੈਂਟ ਦੇ ਸਿੰਬਲ ਨੂੰ ਫਸਟ ਕੈਪੀਟਲ ਲੈਟਰ ਐਂਡ ਉਸ ਤੋਂ ਬਾਅਦ ਸੈਕਿੰਡ ਸਮॉल ਲੈਟਰ। Symbols of some elements are written according to their Latin names. ਕਈ ਐਲੀਮੈਂਟਸ ਦੇ ਸਿੰਬਲਸ ਨੂੰ ਉਹਨਾਂ ਦੇ ਲੈਟਿਨ ਨੇਮਸ, ਲੈਟਿਨ ਮੀਨਸ ਲਾਤੀਨੀ ਭਾਸ਼ਾ ਵਿੱਚ ਜੋ ਉਹਨਾਂ ਦਾ ਨਾਮ ਹੈ ਉਸ ਦੇ ਅਕੋਰਡਿੰਗਲੀ ਲਿਖਿਆ ਜਾਂਦਾ ਹੈ। ਫਾਰ ਐਗਜ਼ਾਮਪਲ ਅਗਰ ਅਸੀਂ ਗੱਲ ਕਰੀਏ ਸੋਡੀਅਮ, ਸੋਡੀਅਮ ਐਸ ਤੋਂ ਸਟਾਰਟ ਹੋ ਰਿਹਾ ਹੈ ਤਾਂ ਯੂਜ਼ਲੀ ਸਟੂਡੈਂਟਸ ਕੀ ਗਲਤੀ ਕਰਦੇ ਹਨ ਕਿ ਉਹ ਸੋਡੀਅਮ ਦਾ ਸਿੰਬਲ ਐਸ ਲਿਖ ਦਿੰਦੇ ਹਨ ਬਟ ਨੋ, ਸਿੰਬਲ ਆਫ ਸੋਡੀਅਮ ਇਜ਼ Na। Na ਸਿੰਬਲ ਕਿੱਥੋਂ ਆਇਆ? ਫਰੋਮ ਇਟਸ ਲੈਟਿਨ ਨੇਮ। ਸਾਨੂੰ ਪਤਾ ਹੈ ਕਿ ਸੋਡੀਅਮ ਦਾ ਜੋ ਲੈਟਿਨ ਨੇਮ ਹੈ ਦੈਟ ਇਜ਼ ਨੈਟਰੀਅਮ। ਇਟ ਸਟਾਰਟਸ ਫਰੋਮ Na, that is why its symbol is Na। ਸਿਮਿਲਰਲੀ ਅਗਰ ਅਸੀਂ ਪੋਟਾਸ਼ੀਅਮ ਦੀ ਗੱਲ ਕਰੀਏ, ਪੋਟਾਸ਼ੀਅਮ ਸਟਾਰਟ ਹੋ ਰਿਹਾ ਹੈ P ਤੋਂ ਬਟ ਇਟਸ ਸਿੰਬਲ ਇਜ਼ K। ਪੋਟਾਸ਼ੀਅਮ ਦਾ ਸਿੰਬਲ P ਨਹੀਂ ਹੈ, ਇਟ ਇਜ਼ K। ਅਗੇਨ ਇਹ ਵੀ ਇਸ ਦੇ ਲੈਟਿਨ ਨੇਮ ਤੋਂ ਆਇਆ ਹੈ। ਪੋਟਾਸ਼ੀਅਮ ਦਾ ਜੋ ਲੈਟਿਨ ਨੇਮ ਹੈ ਦੈਟ ਇਜ਼ ਕੈਲੀਅਮ ਜੋ ਕਿ K ਤੋਂ ਸਟਾਰਟ ਹੋ ਰਿਹਾ ਹੈ, ਦੈਟ ਇਜ਼ ਵਾਈ ਇਟਸ ਸਿੰਬਲ ਇਜ਼ K। Similarly, if we see the example of gold, gold G ਤੋਂ ਸਟਾਰਟ ਹੈ ਬਟ ਗੋਲਡ ਦਾ ਜੋ ਲੈਟਿਨ ਨੇਮ ਹੈ ਦੈਟ ਇਜ਼ ਔਰਮ, AURUM। ਔਰਮ ਤੋਂ ਸਿੰਬਲ ਬਣ ਗਿਆ AU, that is why the symbol of gold is AU। One more example is there, that is of iron। ਸਾਨੂੰ ਸਭ ਨੂੰ ਪਤਾ ਹੈ ਕਿ ਜੋ ਆਇਰਨ ਦਾ ਸਿੰਬਲ ਹੈ that is F। ਅਗੇਨ ਆਇਰਨ ਦਾ ਸਿੰਬਲ I ਨਹੀਂ ਹੈ, it is Fe, which is taken from its Latin name that is ferrum, FERRUM। ferrum ਤੋਂ ਬਣ ਗਿਆ Fe, which is the symbol of iron। ਸੋ ਇਹ ਸੀ ਐਲੀਮੈਂਟਸ ਨੂੰ ਅਸੀਂ ਕਿਸ ਤਰ੍ਹਾਂ ਲਿਖਦੇ ਹਾਂ, ਉਹਨਾਂ ਦੇ ਸਿੰਬਲਸ ਹੈ ਜੋ। ਨਾਓ ਦੇਅਰ ਆਰ ਸਮ ਐਲੀਮੈਂਟਸ ਐਂਡ ਦੇਅਰ ਸਿੰਬਲਸ। ਇਸ ਚਾਰਟ ਦੇ ਵਿੱਚ ਮੈਂ ਕੁਝ ਐਲੀਮੈਂਟਸ ਐਂਡ ਸਿੰਬਲਸ ਲਏ ਹਨ ਵਿਚ ਆਰ ਇੰਪੋਰਟੈਂਟ ਫਰੋਮ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ। ਕਈ ਵਾਰ ਕਿਸੇ ਵੀ ਐਲੀਮੈਂਟ ਦਾ ਸਿੰਬਲ ਪੁੱਛਿਆ ਜਾਂਦਾ ਹੈ। ਫਾਰ ਐਗਜ਼ਾਮਪਲ ਐਲੂਮੀਨੀਅਮ, ਐਲੂਮੀਨੀਅਮ ਦਾ ਸਿੰਬਲ ਹੈ Al। ਐਂਟੀਮਨੀ ਦਾ ਸਿੰਬਲ ਹੈ Sb। ਸਿਮਿਲਰਲੀ ਆਰਗੋਨ ਦਾ ਸਿੰਬਲ ਹੈ Ar। ਸੋ ਇਹ ਸਾਰੇ ਟੇਬਲ ਵਿੱਚ ਜਿੰਨੇ ਵੀ ਸਿੰਬਲਸ ਗਿਵਨ ਹਨ ਇਹ ਤੁਸੀਂ ਇੱਕ ਵਾਰ ਗੋ ਥਰੂ ਕਰ ਲੈਣੇ ਹੈ ਐਂਡ ਲਰਨ ਕਰ ਲੈਣੇ ਹੈ। ਦੀਜ਼ ਆਰ ਆਲਸੋ ਵੈਰੀ ਇੰਪੋਰਟੈਂਟ। ਫਾਰ ਐਗਜ਼ਾਮਪਲ ਇੱਥੇ ਇੱਕ ਸਿੰਬਲ ਦਿੱਤਾ ਹੋਇਆ ਹੈ ਟੰਗਸਟਨ ਦਾ। ਟੰਗਸਟਨ ਦਾ ਸਿੰਬਲ ਇਜ਼ W। ਇਟ ਇਜ਼ ਅਗੇਨ ਇੰਪੋਰਟੈਂਟ ਫਰੋਮ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ। ਸਿਲਵਰ, ਸਿਲਵਰ ਦਾ ਜੋ ਸਿੰਬਲ ਹੈ ਦੈਟ ਇਜ਼ Ag। ਸੋ ਇਹ ਸਾਰੇ ਸਿੰਬਲ ਇੱਕ ਵਾਰ ਤੁਸੀਂ ਰੀਡ ਐਂਡ ਲਰਨ ਕਰ ਲੈਣੇ ਹਨ। ਨੈਕਸਟ ਟੋਪਿਕ ਜਿਹੜਾ ਅਸੀਂ ਕਵਰ ਕਰਨਾ ਹੈ ਦੈਟ ਇਜ਼ ਐਟਮ। ਵਟ ਇਜ਼ ਐਨ ਐਟਮ? It is the smallest unit of element that may or may not exist independently। ਐਟਮ ਉਹ ਛੋਟੇ ਤੋਂ ਛੋਟਾ ਕਣ ਹੈ, ਉਹ ਛੋਟੇ ਤੋਂ ਛੋਟਾ ਪਾਰਟ ਹੈ ਕਿਸੇ ਵੀ ਐਲੀਮੈਂਟ ਦਾ ਜਿਹੜਾ ਕਿ ਸਿੰਗਲੀ ਐਗਜ਼ਿਸਟ ਕਰ ਵੀ ਸਕਦਾ ਹੈ ਔਰ ਨਹੀਂ ਵੀ। ਕਈ ਐਲੀਮੈਂਟਸ ਸਿੰਗਲੀ ਐਗਜ਼ਿਸਟ ਕਰਦੇ ਹਨ ਐਂਡ ਕਈ ਐਟਮਸ ਸਿੰਗਲੀ ਐਗਜ਼ਿਸਟ ਨਹੀਂ ਕਰਦੇ। ਫਾਰ ਐਗਜ਼ਾਮਪਲ atoms of some elements like hydrogen, nitrogen and oxygen do not exist independently। ਹਾਈਡਰੋਜਨ, ਨਾਈਟ੍ਰੋਜਨ ਅਤੇ ਆਕਸੀਜਨ ਦੇ ਐਟਮਸ ਇੰਡੀਪੈਂਡੈਂਟਲੀ ਐਗਜ਼ਿਸਟ ਨਹੀਂ ਕਰਦੇ
क्योंकि सानू सारिਆਂ ਨੂੰ पता है कि हाइड्रोजन यूजली एज H2 एग्जिस्ट करती है, नाइट्रोजन गैस इन द फॉर्म ऑफ N2 एंड ऑक्सीजन इन द फॉर्म ऑफ O2। इन्हां दे एटम्स सिंगली एग्जिस्ट नहीं करते, बट एटम्स ऑफ हीलियम, नियोन एंड आर्गोन कैन एग्जिस्ट इंडिपेंडेंटली। पर अगर असी हीलियम, नियोन ਅਤੇ आर्गोन ਦੇ एटम्स की गल करिए तो ये इंडिपेंडेंटली मतलब कि इकल्ले एग्जिस्ट कर सकते हैं। इन्हां नूं He2, Ne2 या Ar2 की फॉर्म विच नहीं देखा जाता, दे ऑलवेज एग्जिस्ट सिंगली। Since there are 118 elements, so there are 118 atoms. As we already know कि हुण तक 118 एलिमेंट्स की खोज हो चुकी है, सो देयर आर 118 एटम्स ऑल्सो। नैक्सट टॉपिक जिहड़ा असीं कवर करना है दैट इज़ अबाउट मॉलिक्यूल। इट इज़ द स्मॉलेस्ट पार्टिकल दैट इज़ कैपेबल ऑफ इंडिपेंडेंट एग्जिस्टेंस। मॉलिक्यूल वो छोटे तो छोटा पार्ट है जिहड़ा कि सिंगली एग्जिस्ट कर सकता है, इंडिपेंडेंटली एग्जिस्ट कर सकता है। फॉर एग्जाम्पल वाटर H2O, वाटर का फार्मूला सानू सारे नू पता है H2O है। हाइड्रोजन का फार्मूला इज़ H2। ये जिहड़े मॉलिक्यूल्स है ये इंडिपेंडेंटली एग्जिस्ट कर सकते हैं। A molecule is made up of 2 or more atoms। जिहड़े मॉलिक्यूल्स हुंदे है वो हमेशा 2 या 2 तो ज़्यादा एटम्स तो मिल के बने हुंदे है। फॉर एग्जाम्पल अगर असी गल करिए वाटर की H2O, इस मॉलिक्यूल दे विच 2 एलीमेंट्स हैं, हाइड्रोजन एंड ऑक्सीजन। Here are 2 atoms of hydrogen and 1 atom of ऑक्सीजन। सिमिलरली अगर असी गल करिए हाइड्रोजन मॉलिक्यूल की तो H2 का मतलब है कि 2 एटम्स हाइड्रोजन के आपस में कंबाइन किए हुए हैं। सो अगर असी किसी भी मॉलिक्यूल का फार्मूला देखांगे इट विल बी मेड अप ऑफ 2 और मोर एटम्स। तो मॉलिक्यूल हमेशा 2 या 2 तो ज़्यादा एटम्स तो मिल के बने होंगे है, चाहे वो एटम एक तरह के होन या फिर डिफरेंट टाइप के। टाइप्स ऑफ मॉलिक्यूल्स, हुण असीं देखना है कि मॉलिक्यूल्स अगों किन्नी तरह के होंगे हैं। मॉलिक्यूल्स आर ऑफ 2 टाइप्स। मॉलिक्यूल 2 तरह के हैं। नंबर 1 होमोएटॉमिक मॉलिक्यूल एंड सेकेंड इज़ हेट्रोएटॉमिक मॉलिक्यूल्स। फर्स्ट है होमोएटॉमिक मॉलिक्यूल्स। एज दी अगर आप डेफिनेशन मीनस परिभाषा देखिए, दीज आर मेड अप ऑफ सेम टाइप ऑफ एटम्स। जेड़े मॉलिक्यूल इक्को ही तरह सेम तरह के एटम्स तो मिल के बने हैं दे आर नोन एज होमोएटॉमिक मॉलिक्यूल। फॉर एग्जाम्पल H2, O2 एटसैट्रा। अगर असी हाइड्रोजन गैस की एग्जाम्पल लईए H2, वी कैन सी कि हाइड्रोजन दे विच दोनों एटम हाइड्रोजन दे हैं, यानी कि सेम एटम्स हैं। सिमिलरली अगर असी ऑक्सीजन की गल करते हैं तो दोनों एटम ऑक्सीजन दे हैं। दैट इज़ वाई दे आर एग्जाम्पल्स ऑफ होमोएटॉमिक मॉलिक्यूल्स। जिन्हां दे विच इक्को ही तरह के एटम्स हुंदे हैं दे आर होमोएटॉमिक मॉलिक्यूल्स। सेकेंड इज़ हेट्रोएटॉमिक मॉलिक्यूल्स। नेम तो ही क्लीयर हो जाता है, हेट्रो मीनस डिफरेंट। जिन्हां दे विच डिफरेंट टाइप के एटम्स हैं दे आर नोन एज हेट्रोएटॉमिक मॉलिक्यूल्स एंड देयर डेफिनेशन इज़ these molecules are made up of different type of atoms। मीनस इन्हां दे विच डिफरेंट टाइप के एटम्स हो सकते हैं, जिस तरह कि
H2O। अगर असी वाटर की गल करिए, देयर आर 2 एटम्स ऑफ हाइड्रोजन एंड 1 एटम ऑफ ऑक्सीजन। अलग अलग टाइप के एटम्स हैं। सिमिलरली कार्बन मोनोऑक्साइड CO, CO का अगर असी फार्मूला देखिए, देयर इज़ 1 एटम ऑफ कार्बन एंड 1 एटम ऑफ ऑक्सीजन। अगेन दोनों एटम्स डिफरेंट टाइप के हैं। सो ये दोनों एग्जाम्पल्स हैं हैट्रो एटॉमिक मॉलीक्यूल्स दियां। बच्चे तुसी होर भी एग्जाम्पल्स देख सकते हो या अपने आप लिखने की कोशिश कर सकते हो कि किहड़े एटम्स होमो एटॉमिक हैं या फिर हैट्रो एटॉमिक। बस सिंपली एक पॉइंट तुसी याद रखना है, होमो एटॉमिक दे विच सारे एटम्स इक्को ही तरह के होणगे एंड हैट्रो एटॉमिक दे विच डिफरेंट टाइप के एटम्स होणगे। Next topic is about ions. The charged species are also called ions. Charged species का मतलब है, कई बारी तुसी बुक के उपर कई एटम्स देखे होंगे। फॉर एग्जाम्पल इस तरह दी कोई एग्जाम्पल, किसी एटम के उपर प्लस चार्ज पाया है, किसी के उपर नैगेटिव चार्ज पाया है। ये सारे जिहड़े एटम्स जिन्हां दे उपर कोई ना कोई पॉजिटिव या नैगेटिव चार्ज आ जाता है, इन्हां नूं असी आयन्स कहते हाँ। हुण ये आयन्स बनते किवें हन? दीज आर फॉर्मड बाय लॉस और गेन ऑफ इलैक्ट्रॉन्स फ्रॉम द एटम्स। जदों किसी भी एटम दे विचों इलैक्ट्रॉन्स लूज या गेन हो जाते हैं, कोई भी इलैक्ट्रॉन नूं लूज कर देंदा है एटम या इलैक्ट्रॉन्स नूं गेन कर लैंदा है, तां आयन्स बन जाते हैं। आयन्स अगों किन्नी तरह के हैं, लेट अस स्टडी। आयन्स आर ऑफ 2 टाइप्स, कैटायन्स एंड एनायन्स। द पॉजिटिवली चार्ज्ड आयन्स आर also called cations. जिन्ना आयन्स के उपर पॉजिटिव चार्ज है उन्होंने असी कैटायन्स कहते हैं। हुण ये कैटायन्स बनते किस तरह हैं? दीज आर फॉर्मड बाय लॉस ऑफ इलैक्ट्रॉन्स फ्रॉम द एटम्स। जदों किसी भी एटम के विचों इलैक्ट्रॉन्स लूज हो जाते हैं, मीनस बाहर निकल जाते हैं, तो उस एटम के उपर चार्ज आ जाता है और पॉजिटिव चार्ज आ जाता है। फॉर एग्जाम्पल Na पॉजिटिव, इत्थे Na पॉजिटिव का मतलब है कि सोडियम दे विचों एक इलैक्ट्रॉन नूं बाहर निकाल दिता गया, दैट इज़ वाई इट हैज़ बिकम Na पॉजिटिव। सिमिलरली जदों हाइड्रोजन एटम एक इलैक्ट्रॉन नूं लूज कर दिंदा है तो ये बन जाएगा H पॉजिटिव। Second type of ion is anion. The negatively charged ions are also called anions. Means जिन्हां दे उपर negative charge है, they are called anions. हुण anions किस तरह बनते हैं? These are formed by gain of electrons from the atoms. उत्थे इलैक्ट्रॉन्स लूज होए सी, बट इत्थे जिहड़े इलैक्ट्रॉन्स है वो गेन हो रहे हैं। कोई भी एटम जदों एक या उस तो ज़्यादा इलैक्ट्रॉन्स नूं गेन कर लेगा तो उस एटम के उपर नैगेटिव चार्ज आ जाता है। फॉर एग्जाम्पल अगर असी क्लोरीन की गल करिए, क्लोरीन के उपर 1 नैगेटिव चार्ज, 1 नैगेटिव का मतलब है कि इसने एक इलैक्ट्रॉन नूं गेन कर लिया है। सल्फर के उपर 2 नैगेटिव चार्ज, इट मीनस सल्फर ने 2 इलैक्ट्रॉन्स नूं गेन किया होया है। सो आफ्टर द गेन ऑफ इलैक्ट्रॉन्स नैगेटिव चार्ज आएगा एंड किन्ने इलैक्ट्रॉन्स गेन कर रहा है? 1 गेन हो रहा है तो 1 नैगेटिव, 2 इलैक्ट्रॉन्स नूं गेन कर रहा है तो 2 नैगेटिव। सो दिस इज़ हाउ द आयन्स आर फॉर्मड। नैक्सट टॉपिक जिहड़ा आपां कवर कर रहे हैं इस लैक्चर दे विच, दैट इज़ अबाउट वैलेंसी। द कंबाइनिंग कैपेसिटी ऑफ एन एलीमेंट इज़ कॉल्ड वैलेंसी। किसी भी एलीमेंट दे
ਕੰਬਾਈਨ ਕਰਨ ਦੀ ਕੈਪੈਸਿਟੀ ਨੂੰ ਅਸੀਂ ਵੈਲੈਂਸੀ ਕਹਿ ਦਿੰਦੇ ਹਾਂ ਕਿ ਇੱਕ ਐਲੀਮੈਂਟ ਕਿੰਨੇ ਹੋਰ ਐਲੀਮੈਂਟਸ ਦੇ ਨਾਲ ਕੰਬਾਈਨ ਕੀਤਾ ਹੋਇਆ ਹੈ। ਜਿੰਨੇ ਐਲੀਮੈਂਟਸ ਦੇ ਨਾਲ ਕੰਬਾਈਨ ਕਰੇਗਾ ਇਟ ਵਿਲ ਸ਼ੋ ਇਟਸ ਵੈਲੈਂਸੀ। ਐਂਡ ਇਸ ਵੈਲੈਂਸੀ ਨੂੰ ਡਿਟਰਮਿਨ ਕਰਨ ਲਈ ਹਾਈਡਰੋਜਨ ਐਂਡ ਆਕਸੀਜਨ ਆਰ ਟੇਕਨ ਐਜ਼ ਸਟੈਂਡਰਡ ਐਲੀਮੈਂਟਸ। अगर असी किसी दी भी वैलेंसी डिटरमिन करनी है दैन हाइड्रोजन तो ऑक्सीजन को असी स्टैंडर्ड ले लेने हाँ बिकॉज द वैलेंसी ऑफ हाइड्रोजन इज़ 1 एंड वैलेंसी ऑफ ऑक्सीजन इज़ 2। इन्हां दोनों की वैलेंसी को असी स्टैंडर्ड मान के बाकियां दी वैलेंसी जो है कैलकुलेट कर सकते हाँ। जिस तरह कि लेट अस फाइंड the valency of these 3 molecules। इत्थे मैं 3 molecules ले लए हैं HCl, second is H2S and third is NH3। अगर असी एक चीज़ कॉमन देखिए तो इन्हां तिन्नां दे विच हाइड्रोजन एटम प्रेजेंट है। अगर असी फर्स्ट वाले मॉलिक्यूल दैट इज़ HCl की गल करते हाँ तो वैलेंसी ऑफ क्लोरीन इज़ 1। सानू किवें पता लग गया क्लोरीन की वैलेंसी 1 है बिकॉज क्लोरीन ने एक हाइड्रोजन एटम के नाल कंबाइन किया है। सो द वैलेंसी ऑफ क्लोरीन इज़ 1। सल्फर ने 2 हाइड्रोजन एटम्स के नाल कंबाइन किया है सो द वैलेंसी ऑफ सल्फर इज़ 2। नाइट्रोजन ने 3 हाइड्रोजन एटम्स के नाल कंबाइन किया है सो द वैलेंसी ऑफ नाइट्रोजन इज़ 3। सो वी कैन एस्टीमेट असी ये अंदाज़ा लगा सकते हाँ या डिटरमिन कर सकते हाँ कि कोई भी एटम किन्ने होर हाइड्रोजन एटम्स के नाल कंबाइन किया होया है दैट विल टेल यू अबाउट इट्स वैलेंसी। नैक्सट इज़ वेरीएबल वैलेंसी। वेरीएबल सानू नाम तो ही पता है इट इज़ इंडिकेटेड बाय इट्स नेम। वेरीएबल मीनस चेंजेबल। कोई भी चीज़ जो चेंज हो जाती है उन्होंने असी वेरीएबल कहने हैं। डेफिनेशन है सम एलीमेंट्स शो मोर दैन 1 वैलेंसीज। कई एलीमेंट्स एक तो ज़्यादा वैलेंसीज शो करते हैं दे आर सैड टू हैव वेरीएबल वैलेंसी। सो असी कह दें कि उन्हों की जी वैलेंसी है दैट इज़ वेरीएबल। फॉर एग्जाम्पल इफ वी सी द एग्जाम्पल ऑफ आयरन इट हैज़ 2 वैलेंसीज। आयरन दी 2 वैलेंसीज होंदियां हन 2 एंड 3। आयरन के उपर कई बार +2 चार्ज होंदा है कई बार +3 होंदा है। सो इट हैज़ 2 वैलेंसीज 2 एंड 3। सिमिलरली अगर असी कॉपर की गल करिए कॉपर ऑल्सो शोज़ 2 वैलेंसीज दैट इज़ 1 एंड 2। कॉपर के उपर भी 1 पॉजिटिव या 2 पॉजिटिव चार्ज हो सकता है। So its valency is 1 and 2. Since they are having more than 1 valencies इस करके असी कह दें कि इन्हां एलीमेंट्स की जड़ी वेरीएबल वैलेंसी हुंदी है। नैक्सट टॉपिक जिहड़ा असी डिस्कस कर रहे हैं दैट इज़ रेडिकल्स। एन एटम और ग्रुप ऑफ एटम्स हैविंग सम चार्ज इज़ कॉल्ड रेडिकल। कोई भी एटम या ग्रुप ऑफ एटम्स चाहे वो एटम सिंगल होए या एक ग्रुप ऑफ एटम्स भी हो सकता है मोर दैन 1 एटम्स हो सकते हैं जिन्हां दे उपर कोई चार्ज है। इट मे बी पॉजिटिव चार्ज इट मे बी नेगेटिव चार्ज। दे आर कॉल्ड रेडिकल्स। रेडिकल्स आर फर्दर ऑफ 2 टाइप्स। फर्स्ट आर बेसिक रेडिकल्स एंड एसिडिक रेडिकल्स। बेसिक रेडिकल्स किहड़े हुंदे है These have positive charge। जिन्हां दे उपर पॉजिटिव चार्ज है they are called basic radicals and which have negative charge they are called acidic या acid radicals। Now in this slide we will see some basic radicals। असी कई एग्जाम्पल्स बेसिक रेडिकल्स दियां पढ़ांगे कि जिन्हां दे उपर पॉजिटिव चार्ज है। इन्हां नूं भी अगों डिवाइड किया है। इट मे बी मोनोवेलेंट बाईवेलेंट
ट्राईवेलेंट एंड टैट्रावेलेंट। मोनोवेलेंट का मतलब की है, अगर किसी भी रैडिकल के उपर या किसी भी एटम के उपर +1 चार्ज है, 1 जो कि इत्थे नहीं लिखा बट इट इज़ +1 पॉजिटिव चार्ज है, तो असी उस रैडिकल नूं कह दिंदे हां मोनोवेलेंट। जिन्हां दे उपर 2 पॉजिटिव चार्ज है, दे आर सेड टू बी बाईवेलेंट। Here are some examples of monovalent and bivalent radicals. First is hydrogen radical. It is H positive. Sodium radical Na positive. Silver radical Ag positive. Potassium K positive. Orus is Au positive. सानू सारे नू पता है कि Au is the symbol of gold. सो गोल्ड के उपर 1 पॉजिटिव चार्ज आता है। सिमिलरली बाईवेलेंट रेडिकल्स आर बेरियम बेरियम हैविंग 2 पॉजिटिव चार्ज, क्यूप्रिक Cu 2 पॉजिटिव चार्ज, फेरस Fe 2 पॉजिटिव चार्ज, मैग्नीशियम Mg 2 पॉजिटिव एंड जिंक हैविंग Zn 2 पॉजिटिव चार्ज। नाउ ट्राईवेलेंट रैडिकल्स। ट्राईवेलेंट जिमें कि मैं तुहानूं पहलां दस्सिआ जिन्हां दे उपर 3 ट्राई मीनस 3 पॉजिटिव चार्ज है, उन्होंने असी ट्राईवेलेंट बेसिक रैडिकल्स कहते हैं। एग्जाम्पल्स आर एलूमीनियम Al3 पॉजिटिव, फेरिक Fe 3 पॉजिटिव, बिस्मथ Bi3 पॉजिटिव, ऑरिक Au 3 पॉजिटिव। And here are some tetravalent radicals having +4 charge. For example, platinum Pt 4 positive, lead Pb4 positive, tin Sn 4 positive. So this is list of all the basic radicals. In the next slide, we will see the list of acid radicals. Acid radicals I have already explained, जिन्हां दे उपर नेगेटिव चार्ज है। It may be 1 negative called monovalent, अगर 2 नेगेटिव है bivalent, 3 नेगेटिव है trivalent and 4 नेगेटिव है तो tetravalent. Monovalent examples are chloride Cl negative, bromide Br negative, iodide I negative, fluoride F negative, iodide I negative, hydride H negative, cyanide Cn negative. So these are some examples of monovalent radicals. Now bivalent radicals, for example sulfide, that is S2 negative, sulfate SO4 2 negative, oxide O2 negative, carbonate CO3 2 negative. Trivalent basic radicals are nitrite N ਦੇ ਉੱਪਰ 3 नेगेटिव चार्ज, phosphide ਦੇ ਉੱਪਰ P ਦੇ ਉੱਪਰ 3 नेगेटिव and phosphate PO4 3 नेगेटिव. सिमिलरली टेट्रावेलेंट जिन्हां दे उपर 4 नेगेटिव चार्ज है, कार्बाइड हैविंग C हैविंग -4 चार्ज. सो ये सी सम एग्जाम्पल्स ऑफ बेसिक एंड एसिडिक रेडिकल्स. नैक्सट टॉपिक जिहड़ा आपां कवर कर रहे हैं दैट इज़ अबाउट फार्मूला. द रिप्रजेंटेशन ऑफ अ कैमिकल कंपाउंड in terms of symbols is called its formula. It means किसी भी chemical compound ਨੂੰ symbols ਦੀ form ਵਿੱਚ ਲਿਖਣ ਨੂੰ ਅਸੀਂ ਕਹਿ ਦਿੰਦੇ ਹਾਂ its formula. For example, chemical formula of sodium chloride is NaCl. जिस तरह ਆਪਾਂ ਸਿੰਬਲ ਦੇ ਬਾਰੇ ਗੱਲ ਕੀਤੀ ਸੀ, ਕਿਸੇ ਵੀ ਐਲੀਮੈਂਟ ਨੂੰ ਸ਼ੋਰਟ ਫਾਰਮ ਵਿੱਚ ਲਿਖਣ ਨੂੰ ਅਸੀਂ ਸਿੰਬਲ ਕਹਿੰਦੇ ਹਾਂ. ਇਨ ਦ ਸੇਮ ਵੇ ਕਿਸੇ ਵੀ ਕੰਪਾਊਂਡ ਨੂੰ ਸ਼ੋਰਟ ਫਾਰਮ ਵਿੱਚ
ਜਾਂ ਸਿੰਬਲਸ ਦੀ ਫਾਰਮ ਵਿੱਚ ਲਿਖਣ ਨੂੰ ਅਸੀਂ ਉਸ ਦਾ ਕੈਮੀਕਲ ਫਾਰਮੂਲਾ ਕਹਿ ਦਿੰਦੇ ਹਾਂ। ਜਿਸ ਤਰ੍ਹਾਂ ਕਿ ਸੋਡੀਅਮ ਕਲੋਰਾਈਡ ਪੂਰਾ ਲਿਖਣ ਦੀ ਜਗ੍ਹਾ 'ਤੇ ਅਗਰ ਅਸੀਂ NaCl ਲਿਖ ਦਿੱਤਾ, ਇਟ ਮੀਨਸ ਵੀ ਆਰ ਟਾਕਿੰਗ ਅਬਾਊਟ ਸੋਡੀਅਮ ਕਲੋਰਾਈਡ। ਸਿਮਿਲਰਲੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਾਟਰ ਦਾ ਕੈਮੀਕਲ ਫਾਰਮੂਲਾ ਹੈ H2O, ਮੀਥੇਨ CH4, ਕਾਰਬਨ ਡਾਈਆਕਸਾਈਡ CO2। ਸੋ ਅਗਰ ਅਸੀਂ ਇਕੱਲਾ CO2 ਕਿਤੇ ਵੀ ਲਿਖਿਆ ਦੇਖਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਆ ਜਾਂਦਾ ਹੈ ਕਿ ਕਾਰਬਨ ਡਾਈਆਕਸਾਈਡ ਦੀ ਗੱਲ ਹੋ ਰਹੀ ਹੈ। ਸੋ ਇਹ ਸਾਰੇ ਹਨ ਫਾਰਮੂਲਾ ਆਫ ਵੇਰੀਅਸ ਕੰਪਾਊਂਡਸ। ਨੈਕਸਟ we will learn how to write chemical formula। ਇਹ ਜਿਹੜੇ ਕੈਮੀਕਲ ਫਾਰਮੂਲੇ ਹੈ ਇਹ ਕਿਸ ਤਰ੍ਹਾਂ ਲਿਖਣੇ ਹਨ, ਇਹਨਾਂ ਨੂੰ ਰੱਟਾ ਲਗਾਉਣ ਦੀ ਜ਼ਰੂਰਤ ਨਹੀਂ ਹੈ। there are some steps, there is some method to write chemical formula of a compound। let us see ਕਿ ਕਿਸ ਤਰ੍ਹਾਂ ਅਸੀਂ ਕਿਸੇ ਵੀ ਕੈਮੀਕਲ ਕੰਪਾਊਂਡ ਦਾ ਕੈਮੀਕਲ ਫਾਰਮੂਲਾ ਲਿਖ ਸਕਦੇ ਹਾਂ। the steps are number 1, write the positive radical to the left and negative radical to the right side। ਅਗਰ ਅਸੀਂ ਕਿਸੇ ਵੀ ਕੰਪਾਊਂਡ ਦਾ ਫਾਰਮੂਲਾ ਲਿਖਣਾ ਹੈ ਤਾਂ ਪਹਿਲਾਂ ਅਸੀਂ ਉਸਦੇ ਦੋਨੋਂ ਰੈਡੀਕਲ, ਜਿਵੇਂ ਕਿ ਆਪਾਂ ਪਹਿਲਾਂ ਕੀਤੇ ਹਨ ਬੇਸਿਕ ਐਂਡ ਐਸਿਡਿਕ ਰੈਡੀਕਲ, ਉਹ ਅਸੀਂ ਲਿਖਣੇ ਹਨ। ਪਹਿਲੇ ਅਸੀਂ ਪੋਜ਼ਿਟਿਵ ਰੈਡੀਕਲ ਲਿਖਾਂਗੇ, ਫਿਰ ਲਿਖਾਂਗੇ ਨੈਗੇਟਿਵ ਰੈਡੀਕਲ। ਪੋਜ਼ਿਟਿਵ ਰੈਡੀਕਲ ਸ਼ੁੱਡ ਬੀ ਰਿਟਨ ਔਨ ਲੈਫਟ ਹੈਂਡ ਸਾਈਡ and negative radical should be written on right hand side of the paper। criss-cross the valencies। criss-cross the valencies ਦਾ ਮਤਲਬ ਹੈ ਕਿ ਜਿਹੜੇ ਉਹਨਾਂ ਦੇ ਉੱਪਰ ਚਾਰਜਸ ਹਨ, ਚਾਰਜਸ ਦੇ ਨਾਲ ਜਿਹੜਾ ਵੀ ਨੰਬਰ ਹੈ +1 ਹੈ ਜਾਂ 2 ਹੈ, -1 ਜਾਂ 2, ਉਹ ਸਾਰਿਆਂ ਨੂੰ ਅਸੀਂ ਕ੍ਰਿਸ ਕਰੋਸ ਕਰ ਦੇਣਾ ਹੈ। ਉਹ ਆਪਾਂ ਨੈਕਸਟ ਸਲਾਈਡ ਵਿੱਚ ਸਮਝਾਂਗੇ ਕਿ ਹਾਊ ਟੂ ਕ੍ਰਿਸ ਕਰੋਸ ਦ ਵੈਲੈਂਸੀਜ਼। रिमूव द कॉमन फैक्टर इफ एनी। अगर दो रेडिकल्स के ऊपर सेम चार्ज है +2 -2 +3 -3, तो असी वो 3 3 या 2 2 नू कैंसल कर देना है। सो वी विल रिमूव दैट कॉमन फैक्टर एंड मेक इट्स फार्मूला। नाउ लेट अस एक्सप्लेन ऑल दीज पॉइंट्स वन बाय वन। फर्स्ट ऑफ ऑल chemical formula of sodium chloride। let us see कि sodium chloride ਦਾ फार्मूला ਅਸੀਂ ਕਿਵੇਂ ਬਣਾਉਣਾ ਹੈ ਜਾਂ ਕਿਸ ਤਰ੍ਹਾਂ ਲਿਖ ਸਕਦੇ ਹਾਂ। as I have already told ਕਿ ਹਰ ਇੱਕ ਕੰਪਾਊਂਡ ਦੇ ਵਿੱਚ ਦੋ ਰੈਡੀਕਲਸ ਹਨ, ਇੱਕ ਹੈ ਪੋਜ਼ਿਟਿਵ ਰੈਡੀਕਲ ਐਂਡ ਨੈਗੇਟਿਵ ਰੈਡੀਕਲ। ਇਸ ਦੇ ਵਿੱਚ ਜ਼ਿਆਦਾਤਰ ਜਿਹੜਾ ਫਰਸਟ ਨੰਬਰ 'ਤੇ ਲਿਖਿਆ ਹੁੰਦਾ ਹੈ ਦੈਟ ਇਜ਼ ਪੋਜ਼ਿਟਿਵ ਰੈਡੀਕਲ ਐਂਡ ਲਾਸਟ ਵਨ ਇਜ਼ ਨੈਗੇਟਿਵ ਰੈਡੀਕਲ। पहले असी लिखता सोडियम रैडिकल बिकॉज नेम दे विच ही सोडियम है, तो आप लिखता सोडियम रैडिकल। दूसरा इज़ क्लोराइड रैडिकल। असी रैडिकल से फार्मूला लिख लिया Na पॉजिटिव, आप ऑलरेडी कर चुके हैं कि सोडियम रैडिकल का फार्मूला Na पॉजिटिव है एंड क्लोराइड रैडिकल इज़ Cl नैगेटिव। ये तो है फर्स्ट स्टैप जिहड़ा मैं तुहानूं दस्सिया सी कि राइट पॉजिटिव रैडिकल टू द लैफ्ट एंड नैगेटिव रैडिकल टू द राइट साइड। सो असी पहला इत्थे असी रैडिकल्स लिख ले। नैक्सट स्टैप दे विच असी क्रिस क्रॉस करना है। क्रिस क्रॉस का मतलब है कि जिहड़ा सोडियम का चार्ज है वो क्लोराइड के पैर विच चला जाएगा एंड क्लोराइड का चार्ज है जो वो जाएगा सोडियम के पैर विच। ਅਸੀਂ ਚਾਰਜ ਨਹੀਂ ਲਿਖਣਾ, ਜਸਟ ਅਸੀਂ ਉਹ ਨੰਬਰ ਲਿਖਣਾ ਹੈ। ਇੱਥੇ Na ਪਲੱਸ ਦੇ ਨਾਲ ਕੁਛ ਵੀ ਨਹੀਂ, ਦੈਟ ਮੀਨਸ +1 ਹੈ। ਇਹ 1 ਚਲਾ ਗਿਆ ਕਲੋਰਾਈਡ ਦੇ ਪੈਰ ਵਿੱਚ, ਕਲੋਰਾਈਡ ਵਾਲਾ 1 ਚਲਾ ਗਿਆ ਸੋਡੀਅਮ ਦੇ ਪੈਰ ਵਿੱਚ। ਤਾਂ ਦੋਨੋਂ 1 1 ਹਨ, 1 ਲਿਖਣ ਦੀ ਜ਼ਰੂਰਤ ਨਹੀਂ ਹੈ। ਇਕੱਠਾ ਕਰਕੇ ਅਸੀਂ ਫਾਰਮੂਲਾ ਲਿਖਤਾ NaCl। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਿਆ ਹੋਏਗਾ। ਮੈਂ ਇੱਕ ਵਾਰ ਫਿਰ ਰਿਪੀਟ ਕਰ ਰਹੀ ਹਾਂ कि पहले असी रैडिकल लिख ले विद सम स्पेस, दैन उन्हां दे जिहड़े चार्जिस का नंबर है उन्होंने असी एक दूसरे के पैर विच ले आना है बाय क्रिस क्रॉस मैथड। जदों चार्जिस नूं पैर विच ले आंदा तो जे कोई कॉमन फैक्टर है जिस तरह 1 1 है, इनू असी रिमूव कर देना है, तो इट्स फार्मूला विल बी NaCl। लेट मी एक्सप्लेन दिस
by some other examples. ਨੈਕਸਟ ਐਗਜ਼ਾਮਪਲ ਜਿਹੜੀ ਆਪਾਂ ਡਿਸਕਸ ਕਰ ਰਹੇ ਹਾਂ ਇਹ ਹੈ ਕੈਮੀਕਲ ਫਾਰਮੂਲਾ ਆਫ ਬੇਰੀਅਮ ਕਲੋਰਾਈਡ। ਬੇਰੀਅਮ ਕਲੋਰਾਈਡ ਦੇ ਵਿੱਚ ਨਾਮ ਤੋਂ ਹੀ ਪਤਾ ਲੱਗ ਗਿਆ, ਪਹਿਲੇ ਅਸੀਂ ਲਿਖਾਂਗੇ ਬੇਰੀਅਮ ਰੈਡੀਕਲ, ਫਿਰ ਅਸੀਂ ਲਿਖਾਂਗੇ ਕਲੋਰਾਈਡ ਰੈਡੀਕਲ। ਬੇਰੀਅਮ ਦੇ ਉੱਪਰ 2 ਪੋਜ਼ਿਟਿਵ ਚਾਰਜ ਹੈ, ਇਹ ਆਪਾਂ ਪਹਿਲੇ ਹੀ ਰੈਡੀਕਲਸ ਦੇ ਵਿੱਚ ਦੇਖ ਲਿਆ ਸੀ, ਐਂਡ ਕਲੋਰਾਈਡ ਦੇ ਉੱਪਰ 1 ਨੈਗੇਟਿਵ ਚਾਰਜ ਹੈ। ਅਗੇਨ ਦੋਨਾਂ ਰੈਡੀਕਲਸ ਨੂੰ ਵਿਦ ਸਮ ਸਪੇਸ ਲਿਖਤਾ, ਪੋਜ਼ਿਟਿਵ ਵਾਲਾ ਰੈਡੀਕਲ ਲੈਫਟ ਹੈਂਡ ਸਾਈਡ ਤੇ ਐਂਡ ਨੈਗੇਟਿਵ ਰੈਡੀਕਲ ਔਨ ਦਾ ਰਾਈਟ ਹੈਂਡ ਸਾਈਡ ਵਿਦ ਸਮ ਸਪੇਸ। What to do the next? Yes, in the next step ਜਿਹੜਾ ਬੇਰੀਅਮ ਦਾ ਚਾਰਜ ਹੈ ਉਹ ਚਲਾ ਜਾਏਗਾ 2 ਨੰਬਰ ਕਲੋਰਾਈਡ ਦੇ ਪੈਰ ਵਿੱਚ, ਐਂਡ ਕਲੋਰੀਨ ਦਾ 1 ਨੰਬਰ ਹੈ, ਕੁਛ ਨਹੀਂ ਲਿਖਿਆ, ਇਹਦਾ ਮਤਲਬ ਮੈਂ ਪਹਿਲੇ ਹੀ ਤੁਹਾਨੂੰ ਦੱਸਤਾ 1 ਹੈ, 1 ਨੰਬਰ ਚਲਾ ਗਿਆ ਬੇਰੀਅਮ ਦੇ ਪੈਰ ਵਿੱਚ ਬਾਈ ਕ੍ਰਿਸ ਕ੍ਰੋਸ ਮੈਥਡ। ਸੋ ਇੱਥੇ ਆ ਗਿਆ BA1 ਐਂਡ Cl2। 1 ਲਿਖਣ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਫਾਰਮੂਲਾ ਬਣ ਜਾਏਗਾ BaCl2। ਦੈਟ ਮੀਨਸ ਫਾਰਮੂਲਾ ਆਫ ਬੇਰੀਅਮ ਕਲੋਰਾਈਡ ਇਜ਼ BaCl2। ਸੋ ਬੱਚੋ ਤੁਹਾਨੂੰ ਵਾਰ-ਵਾਰ ਫਾਰਮੂਲਾ ਰੱਟੇ ਲਗਾਉਣ ਦੀ ਜ਼ਰੂਰਤ ਨਹੀਂ ਹੈ, ਹੁਣ ਅਸੀਂ ਸਿੰਪਲੀ ਮੈਥਡ ਕਰ ਰਹੇ ਹਾਂ ਕਿ ਫਾਰਮੂਲੇ ਨੂੰ ਅਸੀਂ ਕਿਸ ਤਰ੍ਹਾਂ बनाना है, how to make the formula. In the next example, we are making the formula of calcium carbonate. कैल्शियम radical पहला है, so again calcium radical लिख लिया, carbonate second नंबर ते है तो बाद विच असी लिखता carbonate radical, नाल ही असी उन्हां दे radicals लिख दिते। कैल्शियम दा radical है Ca2 पॉजिटिव एंड carbonate दा है CO3 दे उपर 2 ਨੈਗੇਟਿਵ ਚਾਰਜ। ਅਗੇਨ ਕ੍ਰਿਸ ਕ੍ਰੋਸ ਕਰ ਦੇਣਾ ਹੈ, ਮੀਨਸ ਉਹਨਾਂ ਦੀਆਂ ਪਾਵਰਸ ਲੈ ਜਾਣੀਆਂ ਇੱਕ ਦੂਸਰੇ ਦੇ ਪੈਰ ਵਿੱਚ। ਕੈਲਸ਼ੀਅਮ ਦੇ ਪੈਰ ਵਿੱਚ ਆ ਗਿਆ ਕਾਰਬੋਨੇਟ ਵਾਲਾ 2, ਆ ਲਿਖ ਦਿੱਤਾ ਮੈਂ ਇੱਥੇ, ਐਂਡ ਕੈਲਸ਼ੀਅਮ ਵਾਲਾ 2 ਚਲਾ ਗਿਆ ਕਾਰਬੋਨੇਟ ਦੇ ਪੈਰ ਵਿੱਚ। ਪਰ ਇੱਕ ਚੀਜ਼ ਦਾ ਤੁਸੀਂ ਇੱਥੇ ਧਿਆਨ ਰੱਖਣਾ ਹੈ ਸਭ ਨੇ, ਜਿਸ ਤਰ੍ਹਾਂ ਕਿ CO3 ਕਾਰਬੋਨੇਟ ਰੈਡੀਕਲ ਦੇ ਵਿੱਚ ਆਲਰੇਡੀ ਆਕਸੀਜਨ ਦੇ ਪੈਰ ਵਿੱਚ ਜੋ ਸਬਸਕ੍ਰਿਪਟ ਲਗਾਇਆ ਹੋਇਆ ਹੈ 3 ਹੈ, ਤੁਸੀਂ ਇਹਨੂੰ ਮਲਟੀਪਲਾਈ ਕਰਕੇ ਇੱਥੇ 6 ਨਹੀਂ ਕਰ ਦੇਣਾ। ਬਹੁਤ ਬੱਚੇ ਇਹ ਮਿਸਟੇਕ ਕਰਦੇ ਹੈ, ਸੋ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ। ਤੁਸੀਂ ਕੀ ਕਰਨਾ ਹੈ, ਬ੍ਰੈਕਟ ਲਗਾ ਕੇ CO3 ਦੇ ਬਾਹਰ ਇਹ ਵਾਲਾ 2 ਨੰਬਰ ਉਸ ਬ੍ਰੈਕਟ ਦੇ ਬਾਹਰ ਲਿਖਣਾ ਹੈ, ਨਾ ਕਿ ਉਹਨੂੰ ਮਲਟੀਪਲਾਈ ਕਰਨਾ ਹੈ। ਇਹ ਜਿਹੜਾ ਮੇਨ ਪੁਆਇੰਟ ਤੁਸੀਂ ਸਭ ਨੇ ਯਾਦ ਰੱਖਣਾ ਹੈ। ਮੈਂ ਇੱਕ ਵਾਰ ਫੇਰ ਦੱਸ ਦਿੰਦੀ ਹਾਂ ਕਿ ਜਦੋਂ CO3 ਦੇ ਵਿੱਚ ਆਲਰੇਡੀ 3 ਨੰਬਰ ਲਿਖਿਆ ਹੋਇਆ ਹੈ ਆਕਸੀਜਨ ਦੇ ਪੈਰ ਵਿੱਚ, ਇਸ ਤਰ੍ਹਾਂ ਦੇ ਕੇਸਿਸ ਵਿੱਚ ਤੁਸੀਂ ਬਾਹਰ ਬ੍ਰੈਕਟ ਲਗਾ ਕੇ ਜਿਹੜੀ ਪਾਵਰ ਹੈ ਉਹਦੇ ਪੈਰ ਵਿੱਚ ਲਿਖੋਗੇ। ਹੁਣ ਅਸੀਂ ਕਿਹਾ ਸੀ ਕਿ ਅਗਰ ਕੋਈ ਕਾਮਨ ਫੈਕਟਰ ਹੈ, ਜਿਸ ਤਰ੍ਹਾਂ ਕਿ ਕੈਲਸ਼ੀਅਮ ਦੇ ਪੈਰ ਵਿੱਚ ਵੀ 2 ਆ ਗਿਆ, ਕਾਰਬੋਨੇਟ ਦੇ ਪੈਰ ਵਿੱਚ ਵੀ 2 ਆ ਗਿਆ, ਤਾਂ 2 ਨੂੰ ਅਸੀਂ ਕੈਂਸਲ ਕਰ ਦੇਣਾ ਹੈ। फार्मूला बन जाएगा CaCO3। नेक्स्ट इज द फार्मूला ऑफ एल्यूमिनियम सल्फेट। एल्यूमिनियम रेडिकल इज Al3 पॉजिटिव, अगेन लेफ्ट साइड ते लिख लिया पॉजिटिव रेडिकल। सल्फेट रेडिकल असी लिख लिया राइट साइड ते, ये है SO4 दी पावर -2। ਹੁਣ ਅਸੀਂ ਅਗੇਨ ਕ੍ਰਿਸ ਕ੍ਰੋਸ ਮੈਥਡ ਕੀਤਾ, Al3 ਪੋਜ਼ਿਟਿਵ ਦਾ ਜਿਹੜਾ ਪਾਵਰ 3 ਹੈ ਉਹ SO4 ਦੇ ਬਾਹਰ ਪੈਰ ਵਿੱਚ ਚਲੀ ਜਾਏਗੀ, ਐਂਡ SO4 ਵਾਲੀ 2 ਪਾਵਰ ਆ ਗਈ ਐਲੂਮੀਨੀਅਮ ਦੇ ਪੈਰ ਵਿੱਚ। ਅਗੇਨ ਉਹੀ ਚੀਜ਼ ਸੇਮ ਰੂਲ ਇੱਥੇ ਵੀ ਤੁਸੀਂ SO4 ਨੂੰ ਬ੍ਰੈਕਟ ਵਿੱਚ ਲਿਖ ਕੇ ਉਹਦੇ ਬਾਹਰ ਇਹ 3 ਨੰਬਰ ਲਿਖਣਾ ਹੈ। ਤੋ ਐਲੂਮੀਨੀਅਮ ਸਲਫੇਟ ਦਾ ਫਾਰਮੂਲਾ ਬਣ ਗਿਆ Al2SO4 ਥਰਾਈਸ। इसनू असी थ्राइस रीड करते हैं SO4 थ्राइस। सो दिस इज़ ऑल अबाउट द कैमिकल फार्मूले ऑफ वेरीअस कंपाउंड्स कि किवें असी उन्हां दे कैमिकल फार्मूले बनाने हैं, एंड दिस वाज ऑल अबाउट द लेक्चर। थैंक यू।